परमेश्वर की हज़ूरी विच बैठे सारे भैन भरावां नूं प्यार भरी जय मसीह दी। अज शाम के समय में आपां परमेश्वर की हज़ूरी विच इकट्ठे होए हां। आओ अज दे दिन की किरपा दे लई परमेश्वर जी का धन्नवाद करते हुए प्रार्थना करिए। हालेलुया 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 हालेलुया। धन्नवाद 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 पिता परमेश्वर मसीह नासरी दा धन्नवाद करते हैं। ताले शुक्र करते मेरे प्रभु जी अज इस दिन की किरपा दे लई मेरे पिता परमेश्वर दिन भर तुसीं सानूं संभाल के रखिया। मेरे प्रभु जी साडी आउण जाण विच साडी मदद ते सहायता कीती, तुहाडा धन्नवाद करते हैं। प्रभु तुहाडे पवित्र स्वर्गदूतां ने साडी राखी कीते मेरे पिता परमेश्वर, साडे रास्ते नूं सीधा कीता मेरे प्रभु जी। सारियां उलझनां परेशानियां मुश्किलां बीमारियां तो सानूं बचा के रखिया, तुहाडा धन्नवाद करते हैं। प्रभु जी असीं शाम के समय में तुहाडी हज़ूरी विच इकट्ठे हुंदे मेरे पिता, तुहाडे पाक वचन नूं पढ़न और सुनन लई जा रहे मेरे प्रभु जी। साडी मदद करना मेरे पिता कि दिता होया अज दा इह खास वचन साडे हिरदियां दे अंदर जमा हो जावे और साडे लई आशीष ते बरकत दा कारण बने, और कोई भी शैतान दी शक्ति इस सुंदर समय नूं साडे कोलों चुरा ना पावे। असीं ये मंगदे हां साडे प्रभु यीशु मसीह जी दे नाम विच, आमीन। अज आपां वचन च देखांगे कि प्रभु जी ने अपने चेलियां नूं दस्सिया कि इंसान नूं किहड़ी चीज़ आ जिहड़ी अशुद्ध करदी आ। वो जानन दे लई आपां पढ़ांगे मरकुस 7:14 नंबर आयत नूं। उसने उन्हां नूं फेर कोल बुला के उन्हां नूं आख्या, तुसीं सारे मेरी गल सुनो अते समझो। हालेलुया। प्रभु जी की कहते कि मेरी गल नूं सुनो और उन्हें समझण दी कोशिश करो कि मैं तुहानूं दसदा हां कि इंसान नूं किहड़ी चीज़ आ जिहड़ी अशुद्ध करदी आ। नैक्सट आपां देखेंगे मरकुस 7:15 और 16 नंबर आयत नूं। ਇਹੋ ਜਿਹੀ कोई चीज़ नहीं है ਜਿਹੜੀ ਮਨੁੱਖ ਦੇ ਬਾਹਰੋਂ ਉਹਦੇ ਅੰਦਰ ਜਾ ਕੇ ਉਹਨੂੰ ਅਸ਼ੁੱਧ ਕਰੇ, ਪਰ ਜਿਹੜੀਆਂ ਚੀਜ਼ਾਂ ਮਨੁੱਖ ਦੇ ਅੰਦਰੋਂ ਨਿਕਲਦੀਆਂ ਹਨ ਉਹ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ। ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣ ਲਵੇ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਿ ਜਿਵੇਂ ਸਵੇਰ ਦੇ ਵਚਨ 'ਚੋਂ ਆਪਾਂ ਜਾਣਿਆ ਕਿ ਬਹੁਤ ਸਾਰੇ ਫਰੀਸੀਆਂ ਨੇ ਪ੍ਰਭੂ ਜੀ ਦੇ ਚੇਲਿਆਂ ਬਾਰੇ ਕਿਹਾ ਸੀ ਕਿ ਉਹ ਅਸ਼ੁੱਧ ਹੱਥਾਂ ਦੇ ਨਾਲ ਖਾਂਦੇ ਆ, ਉਹ ਹੱਥ ਧੋਤੇ ਤੋਂ ਬਿਨਾਂ ਖਾਂਦੇ ਆ। ਉਹਦੇ ਬਾਅਦ ਪਰਮੇਸ਼ਰ ਜੀ ਨੇ ਉਹਨਾਂ ਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਕਿ ਕੋਈ ਅਜਿਹੀਆਂ ਚੀਜ਼ਾਂ ਨਹੀਂ ਹੈਗੀਆਂ ਜੋ ਸਾਡੇ ਬਾਹਰੋਂ ਜਾਂਦੀਆਂ ਆ ਤੇ ਉਹ ਬੰਦੇ ਨੂੰ ਅੰਦਰੋਂ ਅਸ਼ੁੱਧ ਕਰਦੀਆਂ ਆ। ਕਹਿੰਦੇ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਜਿਹਨੂੰ ਆਪਾਂ ਖਾਂਦੇ ਆ ਔਰ ਉਹ ਸਾਡੇ ਲਈ ਅਸ਼ੁੱਧ ਆ। ਕਹਿੰਦੇ ਪਰ ਅਸ਼ੁੱਧ ਕੀ ਆ? ਕਹਿੰਦੇ ਉਹ ਚੀਜ਼ਾਂ ਸਾਰੀਆਂ ਅਸ਼ੁੱਧ ਆ ਜਿਹੜੀਆਂ ਸਾਡੇ ਅੰਦਰੋਂ ਨਿਕਲਦੀਆਂ ਆ। ਨੈਕਸਟ ਆਪਾਂ ਵਚਨ 'ਚ ਦੇਖਾਂਗੇ ਮਰਕੁਸ 7:19 ਔਰ 20 ਨੰਬਰ ਆਇਤ ਨੂੰ। ਕਿਉਂਕਿ ਉਹ ਉਸ ਦੇ ਦਿਲ ਵਿੱਚ ਨਹੀਂ ਪਰ ਢਿੱਡ ਵਿੱਚ ਜਾਂਦਾ ਹੈ ਅਤੇ ਪਕਾਨੇ ਰਾਹੀਂ ਬਾਹਰ ਨਿਕਲ ਜਾਂਦਾ ਹੈ। ਇਹ ਕਹਿ ਕੇ ਉਸ ਨੇ ਸਾਰੇ ਭੋਜਨ ਨੂੰ ਸ਼ੁੱਧ ਠਹਿਰਾਇਆ। ਫਿਰ ਉਸ ਨੇ ਆਖਿਆ ਕਿ ਜੋ ਕੁਛ ਮਨੁੱਖ ਦੇ ਅੰਦਰੋਂ ਨਿਕਲਦਾ ਹੈ ਸੋਈ ਮਨੁੱਖ ਨੂੰ ਅਸ਼ੁੱਧ ਕਰਦਾ ਹੈ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਿ ਜੋ ਅਸੀਂ ਖਾਣਾ ਖਾਂਦੇ ਹਾਂ, ਭਾਵੇਂ ਅਸੀਂ ਧੋਤੇ ਹੱਥਾਂ ਨਾਲ ਖਾਂਦੇ, ਭਾਵੇਂ ਅਸੀਂ ਬਿਨਾਂ ਧੋਤੇ ਹੱਥਾਂ ਨਾਲ ਖਾਂਦੇ ਹਾਂ, ਉਹ ਖਾਣਾ ਸਾਨੂੰ ਤੰਦਰੁਸਤੀ ਦਿੰਦਾ ਆ, ਸਾਡੇ ਸਰੀਰ ਨੂੰ ਉਹਦੇ ਨਾਲ ਐਨਰਜੀ ਮਿਲਦੀ ਆ, ਪਰ ਉਹ ਸਾਡੇ ਸਰੀਰ ਦਾ ਨੁਕਸਾਨ ਨਹੀਂ ਕਰਦਾ। ਕਹਿੰਦੇ ਜਿਹੜੀ ਚੀਜ਼ ਆਪਣੇ ਅੰਦਰੋਂ ਨਿਕਲਦੀ ਆ ਉਹ ਸਾਨੂੰ ਅਸ਼ੁੱਧ ਕਰਦੀ ਆ। ਕਹਿੰਦੇ ਜੋ ਤੁਸੀਂ ਖਾਣਾ ਖਾਂਦੇ ਆ ਉਹ ਸਵੇਰ ਨੂੰ ਪਖਾਨੇ ਰਾਹੀਂ ਨਿਕਲ ਜਾਂਦਾ ਆ, ਉਹ ਕੀ ਕਰਦਾ ਸਾਨੂੰ ਸ਼ੁੱਧਤਾ ਦੇ ਕੇ ਜਾਂਦਾ ਆ, ਪਰ ਅੰਦਰੋਂ ਕੀ ਨਿਕਲਦਾ ਆ ਮਨੁੱਖ ਦੇ, ਕਹਿੰਦੇ ਜੋ ਚੀਜ਼ਾਂ ਅੰਦਰੋਂ ਨਿਕਲਦੀਆਂ ਆ ਉਹ ਉਸ ਨੂੰ ਅਸ਼ੁੱਧ ਕਰਦੀਆਂ। ਅੰਦਰੋਂ ਕੀ ਨਿਕਲਦਾ ਉਹ ਜਾਣਨ ਲਈ ਆਪਾਂ ਪੜਾਂਗੇ ਮਰਕੁਸ 7:21, 22 ਔਰ 23 ਨੰਬਰ ਆਇਤ ਨੂੰ। ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀ, ਚੋਰੀਆਂ, ਖੂਨ, ਵਿਵਚਾਰ, ਲੋਭ, ਬਦੀਆਂ, ਛਲ, ਬਦਮਸਤੀਆਂ, ਬੁਰੀ ਨਜ਼ਰ, ਨਿੰਦਿਆ, ਹੰਕਾਰ, ਮੂਰਖਤਾ ਹੀ ਨਿਕਲਦੀ ਹੈ। ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿਕਲਦੀਆਂ ਹਨ ਅਤੇ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਿ ਸਾਡੇ ਅੰਦਰੋਂ ਜੋ ਕੁਛ ਵੀ ਨਿਕਲਦਾ ਉਹ ਸਾਨੂੰ ਅਸ਼ੁੱਧ ਕਰਦਾ ਆ। ਜਦੋਂ ਅਸੀਂ ਕੋਈ ਭੋਜਨ ਖਾਂਦੇ ਹਾਂ ਤਾਂ ਉਹ ਸਾਡੇ ਸਰੀਰ ਨੂੰ ਆਸ਼ੀਸ਼ ਹੀ ਦੇ ਕੇ ਜਾਂਦਾ ਹੈ, ਉਹ ਸਾਨੂੰ ਬਲੈਸ ਹੀ ਕਰਦਾ ਹੈ, ਸਾਡੇ ਅੰਦਰ ਐਨਰਜੀ ਨੂੰ ਹੀ ਲੈ ਕੇ ਆਉਂਦਾ ਆ। ਪਰ ਜਦੋਂ ਸਾਡੇ ਦਿਲ ਵਿੱਚੋਂ ਜੋ ਸਾਡੇ ਅੰਦਰੋਂ ਖਿਆਲ ਨਿਕਲਦੇ ਆ, ਸਾਡੇ ਮਨ ਵਿੱਚ ਜੋ ਖਿਆਲ ਚੱਲਦੇ ਰਹਿੰਦੇ ਆ, ਅਸੀਂ ਹਰ ਵੇਲੇ ਈਰਖਾ ਕ੍ਰੋਧ ਵਿੱਚ ਲੱਗੇ ਰਹਿੰਦੇ, ਸਾਡੇ ਮਨ ਵਿੱਚ ਲੜਾਈਆਂ ਰਹਿੰਦੀਆਂ ਆ, ਚੋਰੀ ਔਰ ਵਿਭਚਾਰ ਔਰ ਖੂਨ ਦੀ ਇੱਦਾਂ ਦੀਆਂ ਬੁਰੀਆਂ ਸੋਚਾਂ ਸਾਡੇ ਅੰਦਰੋਂ ਨਿਕਲਦੀਆਂ ਹਨ, ਉਹ ਇਨਸਾਨ ਨੂੰ ਅਸ਼ੁੱਧ ਕਰਦੀਆਂ। ਬਹੁਤ ਜਗ੍ਹਾ ਆਪਾਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੋਕ ਕਹਿੰਦੇ ਹੋਣੇ ਕਿ ਨਹਾਤੇ ਤੋਂ ਬਿਨਾਂ ਬੰਦਾ ਸ਼ੁੱਧ ਨਹੀਂ ਹੁੰਦਾ ਜਾਂ ਫਿਰ ਹੱਥ ਧੋਤੇ ਤੋਂ ਬਿਨਾਂ ਸ਼ੁੱਧ ਨਹੀਂ ਹੁੰਦਾ। ਪਰ ਪਰਮੇਸ਼ਰ ਨੇ ਸਾਨੂੰ ਕੀ ਕਿਹਾ ਸੀ ਕਿ ਮੈਨੂੰ ਤੁਹਾਡੇ ਸਰੀਰ ਦੀ ਸ਼ੁੱਧਤਾ ਨਹੀਂ ਚਾਹੀਦੀ, ਮੈਨੂੰ ਤੁਹਾਡੇ ਆਤਮਾ ਦੀ, ਤੁਹਾਡੇ ਮਨ ਦੀ, ਤੁਹਾਡੇ ਦਿਲ ਦੀ ਸ਼ੁੱਧਤਾ ਚਾਹੀਦੀ ਹੈ, ਕਿਉਂਕਿ ਜਿੰਨੀਆਂ ਵੀ ਬੁਰਾਈਆਂ ਆ ਉਹ ਸਾਡੇ ਦਿਲ ਵਿੱਚੋਂ ਹੀ ਨਿਕਲਦੀਆਂ ਆ। ਕਿਉਂਕਿ ਵਚਨ ਸਾਨੂੰ ਕੀ ਦੱਸਦਾ ਕਿ ਹਰ ਤਰ੍ਹਾਂ ਦੇ ਬੁਰੇ ਖਿਆਲ ਸਾਡੇ ਦਿਲ ਵਿੱਚੋਂ ਮਨੁੱਖ ਦੇ ਅੰਦਰੋਂ ਹੀ ਆਉਂਦੇ ਆ। ਅਸੀਂ ਇਸ ਧਰਤੀ ਉੱਤੇ ਕਿਸੇ ਵੀ ਤਰ੍ਹਾਂ ਦੇ ਫੂਡ ਨੂੰ, ਸਬਜ਼ੀ ਪੱਤੇ ਨੂੰ ਖਾਂਦੇ ਹਾਂ, ਉਹ ਕਦੇ ਵੀ ਸਾਡੇ ਨੁਕਸਾਨ ਦਾ ਕਾਰਨ ਨਹੀਂ ਬਣਦੇ,
ਪਰ ਸਾਡੇ ਮਨ ਦੀਆਂ ਸੋਚਾਂ ਸਾਡੇ ਨੁਕਸਾਨ ਦਾ ਕਾਰਨ ਬਣਦੇ ਆ। ਉਹ ਸਾਡੀ ਆਤਮਾ ਨੂੰ ਨਰਕ ਵੱਲ ਲੈ ਜਾਂਦੀਆਂ ਆ, ਕਿਉਂਕਿ ਸਾਡੇ ਮਨ ਵਿੱਚ ਇੱਦਾਂ ਦੇ ਖਿਆਲ ਚੱਲਦੇ ਰਹਿੰਦੇ ਆ, ਜਿਹਦੇ ਕਰਕੇ ਅਸੀਂ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਆ ਔਰ ਅਸੀਂ ਅਸ਼ੁੱਧ ਹੋ ਜਾਂਦੇ ਆ। ਔਰ ਪਰਮੇਸ਼ਰ ਨੂੰ ਅਸ਼ੁੱਧ ਇਨਸਾਨ ਨਹੀਂ ਚੰਗੇ ਲੱਗਦੇ। ਪ੍ਰਭੂ ਜੀ ਕਹਿੰਦੇ ਬੇਸ਼ੱਕ ਤੁਸੀਂ ਬਿਨਾਂ ਧੋਤੇ ਹੱਥ ਖਾਣਾ ਖਾ ਲਓ, ਬੇਸ਼ੱਕ ਤੁਸੀਂ ਬਿਨਾਂ ਨਹਾਤੇ ਖਾਣਾ ਖਾ ਲਓ, ਬੇਸ਼ੱਕ ਤੁਸੀਂ ਪ੍ਰਾਰਥਨਾ ਦੇ ਸਮੇਂ ਵੀ ਬਿਨਾਂ ਨਹਾਤੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠ ਜਾਓ। ਅਗਰ ਤੁਹਾਡਾ ਮਨ ਸਾਫ਼ ਆ ਤੇ ਤੁਹਾਡੀ ਸ਼ੁੱਧਤਾ ਕਿਸੇ ਦੇ ਬਰਾਬਰ ਨਹੀਂ ਹੈਗੀ। ਅਗਰ ਤੁਸੀਂ ਮਨ ਦੇ ਪਾਪੀ ਆ, ਤੁਹਾਡੇ ਮਨ ਵਿੱਚ ਮੈਲ ਹੈ, ਤੇ ਭਾਵੇਂ ਲੱਖ ਤੁਸੀਂ ਨਹਾ ਕੇ ਬੈਠੋ, ਭਾਵੇਂ ਲੱਖ ਵਾਰ ਤੁਸੀਂ ਹੱਥ ਧੋ ਕੇ ਖਾਣਾ ਖਾਓ, ਤੁਹਾਡੇ ਅੰਦਰ ਦੀ ਮੈਲ ਕਦੇ ਨਹੀਂ ਜਾਣੀ। ਪਰ ਸਾਨੂੰ ਆਪਣੀ ਆਤਮਾ ਨੂੰ ਬਚਾਉਣ ਦੇ ਲਈ ਇਹਨਾਂ ਸਾਰੀਆਂ ਬੁਰਾਈਆਂ ਦਾ ਤਿਆਗ ਕਰਨਾ ਪਊਗਾ। ਸਾਨੂੰ ਆਪਣੇ ਮਨ ਦੀ ਸ਼ੁੱਧਤਾ 'ਤੇ ਜ਼ੋਰ ਦੇਣਾ ਪਊਗਾ, ਕਿਉਂਕਿ ਪ੍ਰਭੂ ਜੀ ਕਹਿੰਦੇ ਕਿ ਤੁਸੀਂ ਇਨਸਾਨਾਂ ਦੀਆਂ ਰੀਤਾਂ ਉੱਤੇ ਨਾ ਚੱਲੋ। ਇਹ ਸਾਰੀਆਂ ਰੀਤਾਂ ਇਨਸਾਨ ਨੇ ਬਣਾਈਆਂ ਆ, ਪਰ ਸਾਡਾ ਪਰਮੇਸ਼ਰ ਸਾਨੂੰ ਸਵਰਗ ਰਾਜ ਵਿੱਚ ਲਿਜਾ ਸਕਦਾ। ਇਸ ਲਈ ਸਾਨੂੰ ਇਨਸਾਨਾਂ ਦੀਆਂ ਨਹੀਂ ਬਲਕਿ ਆਤਮਾ ਦੀਆਂ, ਪਰਮੇਸ਼ਰ ਦੀਆਂ ਆਗਿਆਵਾਂ 'ਤੇ ਚੱਲਣਾ ਪਊਗਾ। ਅਗਰ ਅਸੀਂ ਸੱਚਮੁੱਚ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਦੀ ਹਜ਼ੂਰੀ ਨੂੰ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਅੰਦਰ ਦੀ ਸ਼ੁੱਧਤਾ ਕਰਨੀ ਪਊਗੀ, ਕਿਉਂਕਿ ਪਰਮੇਸ਼ਰ ਨੇ ਇਹਨਾਂ ਵਹਿਮਾਂ ਭਰਮਾਂ ਤੋਂ ਸਾਨੂੰ ਦੂਰ ਕੀਤਾ ਆ। ਇਹ ਸਾਰੀਆਂ ਰੀਤਾਂ ਇਨਸਾਨਾਂ ਦੀਆਂ, ਉਹਨਾਂ ਨੇ ਇਨਸਾਨੀ ਰੀਤਾਂ ਦਾ ਖੰਡਨ ਕੀਤਾ ਆ। ਉਹਨਾਂ ਨੇ ਸਾਡੇ ਲਈ ਇੱਕੋ ਰੀਤ ਦਿੱਤੀ ਆ ਕਿ ਪਰਮੇਸ਼ਰ ਦੇ ਰਾਜ ਅਤੇ ਭਾਗ ਦੀ ਤਲਾਸ਼ ਕਰੋ। ਕਹਿੰਦੇ ਹਰ ਤਰ੍ਹਾਂ ਦੀ ਸ਼ੁੱਧਤਾ, ਹਰ ਤਰ੍ਹਾਂ ਦੀ ਆਸ਼ੀਸ਼ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਆਪਣੇ ਆਪ ਮਿਲ ਜਾਏਗੀ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲੇਗੀ। ਪ੍ਰਭੂ ਨੇ ਸਾਡੇ ਲਈ ਇਸ ਧਰਤੀ 'ਤੇ ਹਰ ਇੱਕ ਚੀਜ਼ ਨੂੰ ਸਥਾਪਿਤ ਕੀਤਾ ਆ। ਉਹ ਕਹਿੰਦੇ ਕਿ ਉਹ ਸਾਰੀਆਂ ਚੀਜ਼ਾਂ ਤੁਹਾਡੇ ਪੈਰਾਂ ਥੱਲੇ ਹੋ ਜਾਣਗੀਆਂ ਜਦ ਤੁਸੀਂ ਪਰਮੇਸ਼ਰ ਦੇ ਹੁਕਮਾਂ 'ਤੇ ਚੱਲੋਗੇ, ਉਹਨਾਂ ਦੇ ਰਾਜ ਦੀ ਤਲਾਸ਼ ਕਰੋਗੇ। ਤੇ ਆਓ ਅੱਜ ਆਪਾਂ ਆਪਣੇ ਮਨ ਦੀ ਸ਼ੁੱਧਤਾ ਦੇ ਲਈ, ਹਰ ਇੱਕ ਪ੍ਰਕਾਰ ਦੀਆਂ ਅਸ਼ੁੱਧੀਆਂ ਦਾ ਨਾਸ਼ ਕਰਨ ਦੇ ਲਈ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਮਹਾਨ ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ, 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 ਧੰਨਵਾਦ ਪ੍ਰਭੂ ਯਿਸੂ, ਤੁਹਾਡਾ ਧੰਨਵਾਦ। ਹਾਲੇਲੂਇਆ, 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 ਹਾਲੇਲੂਇਆ। ਪ੍ਰੇਜ਼ ਸਲਾਤ ਲਵ ਗੁੱਡ ਜੀਸਸ, ਥੈਂਕ ਯੂ ਸਮਲ ਵਾਸਪਿੰਗ ਟੂ ਦੀ ਜੀਸਸ ਪਾਵਰ। ਹਾਲੇਲੂਇਆ ਪਿਤਾ, ਮੈਂ ਤੁਹਾਡੇ ਸਾਮਰਥੀ ਨਾਮ ਵਿੱਚ ਪਿਤਾ ਅੱਜ ਦੀ ਸ਼ਾਮ ਲਈ ਤੁਹਾਡਾ ਧੰਨਵਾਦ ਕਰਦਾ ਪਿਤਾ ਪਰਮੇਸ਼ਰ। ਤੁਸੀਂ ਮਹਾਨ ਹੋ ਪ੍ਰਭੂ ਯਿਸੂ ਰਾਜਾ। ਅੱਜ ਦੀ ਸ਼ਾਮ ਪਿਤਾ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਏ ਪ੍ਰਭੂ ਯਿਸੂ ਰਾਜਾ। ਤੁਸੀਂ ਮਹਾਨ ਹੋ ਪ੍ਰਭੂ ਯਿਸੂ। ਅੱਜ ਜਿੰਨੇ ਤੁਹਾਡੇ ਬੱਚੇ ਬੱਚੀਆਂ ਪਿਤਾ ਪਰਮੇਸ਼ਰ, ਅੱਜ ਦੇ ਨਵਚਨਾਂ ਨੂੰ ਪਿਤਾ ਪਰਮੇਸ਼ਰ ਸੁਣ ਰਹੇ ਪ੍ਰਭੂ ਯਿਸੂ, ਉਹਨਾਂ ਨੂੰ ਆਪਣੀ ਸਾਮਰਥ, ਆਪਣੇ ਅਭਿਸ਼ੇਕ ਨਾਲ ਪਿਤਾ ਪਰਮੇਸ਼ਰ, ਆਪਣੇ ਅਨੁਗ੍ਰਹਿ ਦੇ ਵਿੱਚ ਬਲੈਸ ਕਰੋ ਪਿਤਾ ਪਰਮੇਸ਼ਰ, ਤਾਂ ਜੋ ਪਿਤਾ ਤੁਹਾਡੇ ਬੱਚੇ ਪ੍ਰਭੂ ਹਰ ਘੜੀ, ਹਰ ਪਲ ਤੇ ਹਰ ਸਮੇਂ ਪਿਤਾ ਤੁਹਾਡੇ ਨਾਮ ਵਿੱਚ ਵਧਣ ਤੇ ਤਰੱਕੀ ਕਰਨ ਪਿਤਾ। ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਆ, ਇਹ ਸਾਰੇ ਥੱਕੇ ਤੇ ਭਾਰੇ ਦੱਬੇ ਹੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਗਾ ਪਿਤਾ। ਬਹੁਤ ਸਾਰੇ ਤੁਹਾਡੇ ਬੱਚੇ ਇਹੋ ਜਿਹੇ ਪਿਤਾ ਜੋ ਬਹੁਤ ਥੱਕੇ ਹੋਏ ਆ ਪ੍ਰਭੂ, ਔਰ ਸ਼ੈਤਾਨ ਦੇ ਜਕੜੇ ਪ੍ਰਭੂ ਯਿਸੂ ਰਾਜਾ। ਆਪਣੇ ਇਹਨਾਂ ਬੱਚਿਆਂ ਨੂੰ ਪਿਤਾ ਸਾਰੀਆਂ ਸ਼ਕਤੀਆਂ ਤੋਂ, ਉਲਝਣਾਂ, ਪਰੇਸ਼ਾਨੀਆਂ, ਸਮੱਸਿਆਵਾਂ ਦਾ ਸਾਥ ਕਰੋ ਪਿਤਾ ਪਰਮੇਸ਼ਰ ਅੱਜ ਦੇ ਵਚਨਾਂ ਦੇ ਦੁਆਰਾ ਪਿਤਾ ਪਰਮੇਸ਼ਰ, ਕਿਉਂਕਿ ਤੁਸੀਂ ਆਪਣੇ ਅੱਜ ਦੇ ਨਾਲ ਸੰਦੇਸ਼ਾਂ ਦੇ ਵਿੱਚ ਕਿਹਾ ਆ ਕਿ ਜੋ ਚੀਜ਼ਾਂ ਇਨਸਾਨ ਦੇ ਅੰਦਰ ਜਾਂਦੀਆਂ ਆ, ਉਹ ਨਹੀਂ ਬਲਕਿ ਜੋ ਅੰਦਰੋਂ ਨਿਕਲਦੀਆਂ ਆ ਉਹ ਇਨਸਾਨ ਨੂੰ ਪ੍ਰੇਸ਼ਟ ਕਰ ਦਿੰਦੀਆਂ ਆ, ਇਨਸਾਨ ਨੂੰ ਨਰਕ ਦੇ ਵਿੱਚ ਲੈ ਕੇ ਚਲੀਆਂ ਜਾਂਦੀਆਂ ਆ, ਔਰ ਇਨਸਾਨ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਪਿਤਾ ਪਰਮੇਸ਼ਰ, ਉਹਨਾਂ ਦੇ ਜੀਵਨ ਤੋਂ ਪਿਤਾ ਪਰਮੇਸ਼ਰ ਪਿੱਛੇ ਹਟਾ ਦਿੰਦੀਆਂ ਆ। ਕਿਉਂਕਿ ਪਿਤਾ ਪਰਮੇਸ਼ਰ ਬਹੁਤ ਇਹੋ ਜਿਹੇ ਇਨਸਾਨ ਆ ਪ੍ਰਭੂ ਜੋ ਅੱਜ ਦੇ ਦਿਨ ਨੂੰ ਨਹੀਂ ਦੇਖ ਸਕੇ ਪਿਤਾ, ਆਪਣੇ ਜੀਵਨ ਨੂੰ ਪਿਤਾ ਪਰਮੇਸ਼ਰ ਉਹਨਾਂ ਨੇ ਆਤਮ ਹੱਤਿਆ ਦੇ ਵਿੱਚ ਖਤਮ ਕਰ ਦਿੱਤਾ ਪਿਤਾ। ਔਰ ਬਹੁਤ ਸਾਰੇ ਇਹੋ ਜਿਹੇ ਲੋਕ ਆ ਪਿਤਾ ਪਰਮੇਸ਼ਰ ਜੋ ਆਪਣੇ ਜੀਵਨ ਨੂੰ ਪਿਤਾ ਪਰਮੇਸ਼ਰ ਨਸ਼ੇ ਦੇ ਵਿੱਚ ਬਰਬਾਦ ਕਰ ਰਹੇ ਆ ਪਿਤਾ ਪਰਮੇਸ਼ਰ। ਬਹੁਤ ਇਹੋ ਜਿਹੇ ਇਨਸਾਨ ਆ ਪ੍ਰਭੂ ਜੋ ਆਪਣੇ ਮਾਈਂਡ ਦੇ ਵਿੱਚ ਪਿਤਾ ਗਲਤ ਵਿਚਾਰਾਂ ਦੇ ਦੁਆਰਾ ਪਿਤਾ ਪਰਮੇਸ਼ਰ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਆ ਮੇਰੀ ਹਵਾ ਪਰਮੇਸ਼ਰ। ਉਹਨਾਂ ਸਾਰੇ ਪਿਤਾ ਪਰਮੇਸ਼ਰ ਤੁਹਾਡੇ ਲੋਕਾਂ ਨੂੰ ਪਿਤਾ ਜੋ ਆਪਣੇ ਜੀਵਨ ਦੀ ਬਰਬਾਦੀ ਕਰ ਰਹੇ ਪਿਤਾ ਪਰਮੇਸ਼ਰ, ਤੁਹਾਡੇ ਸਾਮਰਥ ਨਾਲ ਬਲੈਸ ਕਰਦਾ ਪਿਤਾ ਪਰਮੇਸ਼ਰ। ਔਰ ਪਿਤਾ ਤੁਹਾਡੇ ਅਨੁਗ੍ਰਹਿ ਦੇ ਦੁਆਰਾ ਪਿਤਾ ਉਹ ਆਪਣੀ ਗੰਦਗੀ ਭਰੀ ਜ਼ਿੰਦਗੀ ਤੋਂ ਬਾਹਰ ਆ ਜਾਣ ਪਿਤਾ, ਔਰ ਤੁਹਾਡੇ ਸਾਮਰਥੀ ਨਾਂ ਦੇ ਵਿੱਚ ਤੁਹਾਡੇ ਵਚਨਾਂ ਦੇ ਵਿੱਚ ਪ੍ਰਵੇਸ਼ ਕਰਨ ਪਿਤਾ, ਔਰ ਆਪਣੇ ਜੀਵਨ ਨੂੰ ਪਿਤਾ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਪ੍ਰਭੂ ਉਸੇ ਤਰ੍ਹਾਂ ਬਤੀਤ ਕਰਨ ਪਿਤਾ ਪਰਮੇਸ਼ਰ। ਔਰ ਜਾਣ ਲੈਣ ਪਿਤਾ ਤੁਸੀਂ ਹੀ ਸਾਡੇ ਸਿਰ ਦੇ ਪਰਮੇਸ਼ਰ ਹੋ ਪ੍ਰਭੂ। ਤੁਸੀਂ ਹਰ ਸ਼ੈਤਾਨ ਦੀਆਂ ਸ਼ਕਤੀਆਂ ਤੋਂ, ਹਰ ਪ੍ਰਕਾਰ ਦੀਆਂ ਬੁਰੀਆਂ ਨਾਨਕਾਂ ਤੋਂ ਸਾਧ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ। ਰਹਿਮ ਕਰਨਾ, ਦਇਆ ਕਰਨਾ ਪਿਤਾ, ਤੁਹਾਡੇ ਦਾਸ ਦਾ ਪ੍ਰਾਰਥਨਾ ਕਰਨਾ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ, ਸਾਰੀਆਂ ਸ਼ਕਤੀਆਂ ਦਾ ਸਾਥ ਮੈਂ ਤੁਹਾਡਾ ਸਾਮਰਥੀ ਨਾਲ ਲੈ ਕੇ ਮੰਗਦਾ
ਆਮੀਨ। ਆਮੀਨ।